हाँ जी बेटा, ਆਪਾਂ ਨੰਦ ਲਾਲ ਨੂਰਪੁਰੀ ਜੀ ਬਾਰੇ ਪੜਾਂਗੇ ਅੱਜ। ਠੀਕ ਹੈ। 1906 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1966 ਈਸਵੀ ਦੇ ਵਿੱਚੋਂ ਅਕਾਲ ਚਲਾਣਾ ਕਰ ਗਏ ਸੀ 60 ਸਾਲ ਦੀ ਉਮਰ ਦੇ ਵਿੱਚ। ਠੀਕ ਹੈ। ਨੰਦ ਲਾਲ ਨੂਰਪੁਰੀ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੇ ਆਪਣਾ ਬਹੁਤ ਸਮਾਂ ਜਲੰਧਰ ਵਿੱਚ ਬਿਤਾਇਆ। ਉਹ ਇੱਕ ਫਕਰ ਕਵੀ ਸਨ। ਉਹਨਾਂ ਨੇ ਬਹੁਤ ਸਾਰਾ ਲੋਕ ਕਾਵਿ ਰਚਿਆ। ਉਹਨਾਂ ਦੇ ਕੁਝ ਗੀਤ ਬਹੁਤ ਮਸ਼ਹੂਰ ਸਨ, ਜਿਵੇਂ ਇੱਥੋਂ ਉੱਡ ਜਾ ਭੋਲਿਆ ਪੰਛੀਆ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਕਾਨੂੰ ਵੇ ਪਿੱਪਲਾ ਖੜ ਖੜ ਲਾਈਆ ਆਦਿ। ਇਹ ਸਾਰੇ ਉਹਨਾਂ ਨੇ ਲੋਕ ਕਾਵਿ ਬਹੁਤ ਜ਼ਿਆਦਾ ਰਚਿਆ ਨੰਦ ਲਾਲ ਨੂਰਪੁਰੀ ਜੀ ਨੇ। ਉਹਨਾਂ ਦੀਆਂ ਬਹੁਤੀਆਂ ਕਵਿਤਾਵਾਂ ਪੰਜਾਬ ਬੋਲਿਆ ਨਾਂ ਹੇਠ ਛਪੀ ਕਿਤਾਬ ਵਿੱਚ ਦਰਜ ਹਨ। ਹੁਣ ਸਭ ਤੋਂ ਪਹਿਲਾਂ ਬੇਟਾ ਆਪਾਂ ਪੜਾਂਗੇ ਮਾਤਾ ਗੁਜਰੀ ਜੀ। ਉਹਨਾਂ ਦੀ ਕਵਿਤਾ ਲਿਖੀ ਹੋਈ ਹੈ ਨੰਦ ਲਾਲ ਨੂਰਪੁਰੀ ਜੀ ਦੀ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ, ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋਹੜੀ, ਢਿੱਡ ਦਾ ਸੇਕ ਬੁਰਾ ਨੀ ਮੇਥੋਂ ਝੱਲਿਆ ਨਾ ਜਾਵੇ। ਅੱਧੀ ਰਾਤੀ ਮਾਂ ਗੁਜ਼ਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਚੰਦ ਕਿਹਨੂੰ ਗਿਆ ਗਿਆ ਬੇਟਾ? ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ। ਠੀਕ ਹੈ। ਅੱਧੀ ਅੱਧੀ ਕਵੀ ਨੰਦ ਲਾਲ ਨੂਰਪੁਰੀ ਕਹਿ ਰਿਹਾ ਕਿ ਅੱਧੀ ਅੱਧੀ ਰਾਤ ਤੱਕ ਮਾਤਾ ਗੁਜਰੀ ਜੀ ਬੈਠ ਕੇ ਆਪਣੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਵਿਛੋੜੇ ਦੀਆਂ ਘੋੜੀਆਂ ਗਾ ਕੇ ਆਪਣੇ ਵਿਚਾਰ ਉਹ ਪ੍ਰਗਟ ਕਰ ਰਹੇ ਨੇ। ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ। ਕਹਿੰਦੇ ਨੇ ਕਿ ਮੈਨੂੰ ਮੇਰੇ ਚੰਨ ਵਰਗੇ ਪੋਤਰਿਆਂ ਦਾ ਚਾਨਣਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋਹੜੀ। ਮਾਤਾ ਗੁਜਰੀ ਜੀ ਕਹਿੰਦੇ ਨੇ ਜਦੋਂ ਮੇਰੇ ਕੋਲ ਮੇਰੇ ਹੀਰਿਆਂ ਦੀ ਜੋੜੀ, ਮੇਰੇ ਛੋਟੇ ਸਾਹਿਬਜ਼ਾਦੇ, ਮੇਰੇ ਪੋਤਰੇ ਮੇਰੇ ਛੋਟੇ ਪੋਤਰੇ ਜਦੋਂ ਮੇਰੇ ਕੋਲ ਸੌਣ ਲੱਗੇ ਤਾਂ ਉਹਨਾਂ ਦੇ ਕੋਮਲ ਸਰੀਰਾਂ ਤੇ ਮੈਂ ਹੱਥ ਫੇਰ ਕੇ ਆਖਿਆ ਕਿ ਜੋ ਮੈਂ ਹੁਣ ਉਹਨਾਂ ਦੀ ਲੋਹੜੀ ਵੰਡਾਂਗੀ, ਮੇਰੇ ਪੋਤਰਿਆਂ ਦੀ ਲੋਹੜੀ ਵੰਡਾਂਗੀ, ਪਰ ਉਹ ਅੱਜ ਮੇਰੇ ਕੋਲ ਸਦਾ ਲਈ ਉਹ ਚਲੇ ਗਏ ਨੇ। ਢਿੱਡ ਦਾ ਸੇਕ ਬੁਰਾ ਨੀ ਮੇਥੋਂ ਝੱਲਿਆ ਨਾ ਜਾਵੇ। ਕਹਿੰਦੇ ਪੁੱਤਰਾਂ ਦਾ ਮਾਂ-ਬਾਪ ਦੇ ਲਈ, ਪੁੱਤਰਾਂ ਦਾ ਆਪਣੇ ਬੱਚਿਆਂ ਦਾ, ਔਲਾਦ ਦਾ ਵਿਛੋੜਾ ਬਹੁਤ ਜ਼ਿਆਦਾ ਦਰਦਨਾਕ ਹੁੰਦਾ ਹੈ। ਉਹ ਮਾਤਾ ਗੁਜਰੀ ਜੀ ਕਹਿ ਰਹੇ ਨੇ ਮੇਤੋਂ ਮੇਰੇ ਪੋਤਰਿਆਂ ਦਾ ਵਿਛੋੜਾ ਨਹੀਂ ਝੱਲਿਆ ਜਾ ਰਿਹਾ। ਅੱਧੀ ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਅੱਧੀ ਦੀ ਰਾਤ ਤੱਕ ਬੈਠ ਕੇ ਮਾਤਾ ਗੁਜਰੀ ਜੀ ਆਪਣੇ ਛੋਟੇ ਪੋਤਰਿਆਂ ਦੀਆਂ ਘੋੜੀਆਂ ਗਾਉਂਦੇ ਨੇ ਉਹਨਾਂ ਦੇ ਵਿਛੋੜੇ ਦੇ ਵਿੱਚ। ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਮੌਤ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ, ਨੀ ਛਾਤੀ ਨਾਲ ਮੈਂ ਲਾ ਲਿਆ ਉਹ ਉਛਲੀ ਭਰਨ ਕਲਾਵੇ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਨੇ ਜਿਹੜਾ ਮੇਰਾ ਬੁਰਾ ਸੁਪਨਾ ਸੀ, ਕਹਿੰਦੇ ਉਹ ਸੱਚ ਹੋ ਗਿਆ। ਮੈਨੂੰ ਜਿਸ ਚੀਜ਼ ਦਾ ਡਰ ਸੀ ਉਹੀ ਹੋ ਗਿਆ, ਮੇਰੇ ਨਾਲ ਝਗੜ ਪਈ ਹੋਣੀ। ਕਹਿੰਦੇ ਮੈਨੂੰ ਜਿਸ ਚੀਜ਼ ਦਾ ਡਰ ਸੀ ਉਹੀ ਹੋ ਗਿਆ, ਸੁਪਨੇ ਵਿੱਚ ਮੇਰੇ ਨਾਲ ਹੋਣੀ ਹੈ ਜਿਹੜੀ ਮੌਤ ਰਾਣੀ ਉਹ ਲੜ ਪਈ ਹੈ। ਉਹ ਕੀ ਕਹਿੰਦੀ ਹੈ? ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ। ਵੀ ਸੁਪਨੇ ਦੇ ਵਿੱਚ ਮੈਨੂੰ ਇਹ ਸੁਪਨਾ ਆਇਆ ਕਿ ਜਿਹੜੇ ਮੇਰੇ ਹੀਰਿਆਂ ਵਰਗੇ ਚਮਕ ਰਹੇ ਮੇਰੇ ਛੋਟੇ ਸਾਹਿਬਜ਼ਾਦੇ, ਛੋਟੇ ਪੋਤਰੇ ਨੇ ਮੇਰੇ, ਕਹਿੰਦੇ ਉਹਨਾਂ ਨੂੰ ਮੈਂ ਹੁਣੇ ਕਹਿ ਰਹੀ ਹੈ ਵੀ ਮੈਂ ਇੱਟ ਉੱਤੇ ਇੱਟ ਰੱਖ ਕੇ ਤੇਰੇ ਪੋਤਰਿਆਂ ਦੀ ਜਿਹੜੀ ਚਮਕ ਹੈ ਉਹ ਮੈਂ ਲੁਕੋ ਦੇਣੀ ਹੈ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਵਕਤ ਮੈਂ ਆਪਣੀ ਛਾਤੀ ਦੇ ਨਾਲ ਲਗਾ ਲਿਆ, ਜਾਂ ਉਹ ਉਛਲੀ ਭਰਨ ਕਲਾਵੇ, ਤੇ ਜਿਹੜੀ ਮੌਤ ਹੋਣੀ ਸੀ ਉਹ ਕੀ ਹੈ, ਆਪਣਾ ਕਲਾਵਾ ਉਛਾਲ ਰਹੀ ਹੈ ਮੇਰੇ ਪੋਤਰਿਆਂ ਦੇ ਵੱਲ, ਪਰ ਮੈਂ ਆਪਣੇ ਪੋਤਰਿਆਂ ਨੂੰ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ, ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗਲ ਲੱਗ ਜਾਣਾ। ਇੱਕ ਇੱਕ ਬੋਲ ਚੰਦਰਾ
ਨੀ ਮੇਰੇ ਧੂ ਕਾਲਜੇ ਨੂੰ ਪਾਵੇ, ਅੱਧੀ ਰਾਤੀ ਮਾਂ ਗੁਜ਼ਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਨੇ ਜਿਹੜੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਉਹ ਆਪਣੀ ਦਾਦੀ ਜੀ ਮਾਤਾ ਗੁਜਰ ਕੌਰ ਜੀ ਤੋਂ ਪੁੱਛਦੇ ਨੇ ਕਿ ਦਾਦੀ ਜੀ ਅਸੀਂ ਪਿਤਾ ਜੀ ਕੋਲ ਕਦੋਂ ਜਾਣਾ ਹੈ। ਅਸੀਂ ਜਦੋਂ ਆਪਣੇ ਪਿਤਾ ਜੀ ਕੋਲ ਜਾਵਾਂਗੇ ਤਾਂ ਅਸੀਂ ਘੁੱਟ ਕੇ ਉਹਨਾਂ ਦੇ ਗਲ ਦੇ ਨਾਲ ਲੱਗ ਜਾਵਾਂਗੇ, ਹੱਸ ਹੱਸ ਕੇ ਉਹਨਾਂ ਦੇ ਗਲ ਨਾਲ ਲੱਗਾਂਗੇ ਅਤੇ ਰੱਜ ਰੱਜ ਕੇ ਅਸੀਂ ਸ਼ਗਨ ਮਨਾਵਾਂਗੇ। ਇੱਕ ਇੱਕ ਬੋਲ ਚੰਦਰਾ ਛੋਟੇ ਪੋਤਰਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਇੱਕ ਇੱਕ ਬੋਲ ਹੈ ਜਿਹੜਾ ਕੀ ਹੈ ਉਹ ਮੇਰੇ ਕਾਲਜੇ ਨੂੰ ਧੂ ਪਾ ਰਿਹਾ ਹੈ, ਮਤਲਬ ਬੁਰੀ ਤਰ੍ਹਾਂ ਮੇਰੇ ਕਾਲਜੇ ਤੇ ਸੱਟ ਮਾਰ ਰਿਹਾ ਹੈ। ਮਾਤਾ ਗੁਜਰੀ ਜੀ ਅੱਧੀ ਰਾਤ ਤੱਕ ਬੈਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਦੇ ਵਿੱਚ ਘੋੜੀਆਂ ਗਾ ਕੇ ਇਹ ਵਿਚਾਰ ਨੇ ਜਿਹੜੇ ਉਹ ਪ੍ਰਗਟ ਕਰ ਰਹੇ ਨੇ। ਕੱਲ ਮੇਰੇ ਕੋਲ ਵਸਦੇ, ਅੱਜ ਨਜ਼ਰ ਕਿਤੇ ਨਾ ਆਂਦੇ, ਨਿੱਕੇ ਨਿੱਕੇ ਓਦਰੇ ਹੋਏ ਕਿਹਨੂੰ ਹੋਣਗੇ ਦਰਦ ਸੁਣਾਉਂਦੇ। ਬਿਲ ਲੱਭ ਤੇ ਸਹੀ ਨੂਰਪੁਰੀ, ਮੇਰੇ ਨੈਣਾ ਨੂੰ ਨੀਂਦ ਨਾ ਆਵੇ, ਅੱਧੀ ਰਾਤੀ ਮਾਂ ਗੁਜ਼ਰੀ ਬੈਠੀ ਘੋੜੀਆਂ ਚੰਦਾਂਦੀਆਂ ਗਾਵੇ। ਕਵੀ ਕਹਿੰਦਾ ਕਿ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਕੱਲ ਤੱਕ ਮੇਰੇ ਕੋਲ ਮੇਰੇ ਛੋਟੇ ਸਾਹਿਬਜ਼ਾਦੇ ਮੇਰੇ ਕੋਲ ਸੀਗੇ, ਪਰ ਉਹ ਅੱਜ ਮੈਨੂੰ ਕਿਸੇ ਪਾਸੇ ਵੀ ਨਜ਼ਰ ਨਹੀਂ ਆਉਂਦੇ ਹੈਗੇ। ਨਿੱਕੇ ਨਿੱਕੇ ਉਦਰੇ ਹੋਏ ਕਿਹਨੂੰ ਹੋਣਗੇ ਦਰਦ ਸੁਣਾਉਂਦੇ। ਕਹਿੰਦੇ ਨਿੱਕੇ ਨਿੱਕੇ ਉਹਨਾਂ ਦੇ ਉਦਾਸ ਚਿਹਰੇ ਹੋਣਗੇ ਤੇ ਉਹ ਆਪਣਾ ਦਰਦ ਕਿਸ ਨੂੰ ਸੁਣਾਉਂਦੇ ਹੋਣਗੇ। ਮੇਰੇ ਨਿੱਕੇ ਮਾਸੂਮ ਬੱਚੇ ਆਪਣਾ ਕਿਸ ਨੂੰ ਹਾਲ ਸੁਣਾਉਂਦੇ ਹੋਣਗੇ। ਬੇ ਲੱਭ ਤੇ ਸਹੀ ਨੂਰਪੁਰੀ, ਮੇਰੇ ਨੈਣਾ ਨੂੰ ਨੀਂਦ ਨਾ ਆਵੇ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਲੱਭੋ ਤਾਂ ਸਹੀ, ਮੇਰੀਆਂ ਅੱਖੀਆਂ ਨੂੰ ਮੇਰੇ ਪੋਤਰਿਆਂ ਤੋਂ ਬਗੈਰ ਨੀਂਦ ਨਹੀਂ ਆ ਰਹੀ ਹੋਣੀ। ਤੇ ਮਾਤਾ ਗੁਜਰੀ ਜੀ ਅੱਧੀ ਰਾਤ ਤੱਕ ਬੈਠ ਕੇ ਆਪਣੇ ਪੋਤਰਿਆਂ ਦੇ ਵਿਛੋੜਿਆਂ ਦੇ ਵਿੱਚ ਘੋੜੀਆਂ ਗਾ ਕੇ ਪ੍ਰਗਟ ਕਰ ਰਹੇ ਨੇ। ਇਹ ਸੀ ਬੇਟਾ ਮਾਤਾ ਗੁਜਰੀ ਜੀ ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ, ਕਵਿਤਾ ਉਹਨਾਂ ਦੀ। ਨੈਕਸਟ ਹੈਗੇ ਜਿਉਂਦੇ ਭਗਵਾਨ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਉਹ ਦੁਨੀਆ ਦੇ ਬੰਦਿਓ ਉਹਨਾਂ ਨੇਕ ਇਨਸਾਨਾਂ ਤੇ ਇਮਾਨਦਾਰਾਂ ਨੂੰ, ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਇਨਸਾਨਾਂ ਨੂੰ ਪੂਜੋ ਜੋ ਕਿ ਦੇਸ਼ ਦੇ ਖਾਤਰ ਆਪਣੀਆਂ ਪਿਆਰੀਆਂ ਜਾਨਾਂ ਜਿਨ੍ਹਾਂ ਨੇ ਕੁਰਬਾਨ ਕਰ ਦਿੱਤੀਆਂ, ਅਨਮੋਲੀਆਂ ਜਾਨਾਂ ਜਿਨ੍ਹਾਂ ਨੇ ਹੱਸ ਹੱਸ ਕੇ ਆਪਣੇ ਦੇਸ਼ ਦੇ ਲਈ ਕੁਰਬਾਨ ਕਰ ਦਿੱਤੀਆਂ। ਸਰੂਆਂ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਹ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ, ਬੁੱਢੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਸਰੂਆਂ ਵਰਗੇ, ਸਰੂਆਂ ਇੱਕ ਬਹੁਤ ਉੱਚਾ ਲੰਮਾ ਰੁੱਖ ਹੁੰਦਾ ਹੈ, ਠੀਕ ਹੈ ਬੇਟਾ। ਤੇ ਸਰੂਆਂ ਵਰਗੇ ਉੱਚੇ ਲੰਮੇ ਦਰਖਤਾਂ ਵਾਂਗ ਲੰਮੇ ਸੋਨੇ ਸ਼ੇਰਾਂ ਵਰਗੇ, ਜਿਹੜੇ ਹੀਰਿਆਂ ਵਰਗੇ ਮਾਵਾਂ ਦੇ ਪੁੱਤ ਨੇ, ਜਿਹੜੇ ਕਿ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੰਦੇ ਨੇ। ਤੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਤੱਕ ਅਜੇ ਰੋਂਦੇ ਉਹਨਾਂ ਦੇ ਭੈਣ ਭਰਾਵਾਂ ਦੇ ਚਾਅ ਵੀ ਅਧੂਰੇ ਰਹਿ ਜਾਂਦੇ ਨੇ, ਉਹਨਾਂ ਦੇ ਮਾਤਾ ਪਿਤਾ ਦੇ ਚਾਅ ਅਧੂਰੇ ਰਹਿ ਜਾਂਦੇ ਨੇ। ਉਹਨਾਂ ਦੇ ਬੁੱਢੇ ਬਾਪੂ ਨੇ ਜਿਹੜੇ ਖੜ ਕੇ ਉਡੀਕਦੇ ਨੇ ਆਪਣੇ ਗੱਭਰੂ ਪੁੱਤ ਜਵਾਨਾਂ ਨੂੰ, ਠੀਕ ਹੈ। ਤੇ ਉਹ ਦੁਨੀਆ ਦੇ ਲੋਕੋ ਉਹਨਾਂ ਨੇਕ ਇਨਸਾਨਾਂ ਦੀ ਪੂਜਾ ਕਰੋ। ਕਈ ਨਾਰਾਂ ਦੇ ਫੁੱਲਾਂ ਵਰਗੇ ਹਲੇ ਰੂਪ ਨਰੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਨੇ। ਦਿਲ ਦੇ ਵਿੱਚ ਲੁਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਕਵੀ ਕਹਿੰਦਾ ਹੈ ਕਿ ਕਈ ਇਸਤਰੀਆਂ ਦੇ ਫੁੱਲਾਂ ਵਰਗੇ ਅਜੇ ਵੀ ਨਰੋਏ ਰੂਪ ਨੇ, ਭਾਵ ਉਹਨਾਂ ਦੇ ਉਹ ਜੋਬਨ ਭਰ ਮੁਟਿਆਰਾਂ ਨੇ, ਠੀਕ ਹੈ। ਉਹਨਾਂ ਦੇ ਹੱਥਾਂ ਤੇ ਸ਼ਗਨਾਂ ਦੇ ਗਾਨੇ ਬੰਨੇ ਹੋਏ ਨੇ, ਸ਼ਗਨਾਂ ਦੀ ਮਹਿੰਦੀ ਲੱਗੀ ਹੋਈ ਹੈ, ਪਰ ਅਜੇ ਉਹਨਾਂ ਵਿਆਹੀਆਂ ਹੋਈਆਂ ਮੁਟਿਆਰਾਂ ਦੇ ਅਜੇ ਚਾਅ ਵੀ ਪੂਰੇ ਨਹੀਂ ਹੋਏ ਹੈਗੇ। ਉਹਨਾਂ ਨੇ ਆਪਣੇ ਦਿਲਾਂ ਦੇ ਵਿੱਚ ਲੱਖਾਂ ਹੀ ਅਰਮਾਨ ਲੁਕੋਏ ਹੋਏ ਨੇ, ਆਪਣੇ ਦਿਲਾਂ ਦੇ ਵਿੱਚ ਲੱਖਾਂ ਹੀ ਉਹਨਾਂ ਨੇ ਸਦਰਾਂ ਪਾਲੀਆਂ ਹੋਈਆਂ ਨੇ, ਜਿਹੜੀਆਂ ਕਿ ਉਹਨਾਂ ਦੇ ਪਤੀ ਦੇ ਆਉਣ ਦੇ ਆ ਕੇ ਉਹ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਸਾਂਝੀਆਂ ਕਰਨਗੀਆਂ। ਉਹ ਦੁਨੀਆ ਦੇ ਲੋਕੋ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਜੋ ਆਪਣੇ ਦੇਸ਼ ਦੇ ਲਈ, ਆਪਣੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ। ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਏ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਏ। ਜਿਉਣਾ ਉਸ ਬੰਦੇ ਦਾ ਜਿਉਣਾ, ਰੋਕੇ ਜੋ ਤੂਫਾਨਾਂ ਨੂੰ। ਉਹ ਦੁਨੀਆ ਦੇ ਬੰਦਿਓ
ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਕਵੀ ਕਹਿੰਦਾ ਹੈ ਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਇਨਸਾਨ ਨਹੀਂ ਹੈਗਾ ਜਿਹਨੂੰ ਜਿਉਣ ਦੀ ਲੋੜ ਨਹੀਂ ਹੈਗੀ। ਹਰੇਕ ਇਨਸਾਨ ਜਿਉਣਾ ਚਾਹੁੰਦਾ ਹੈ, ਹਰ ਕੋਈ ਜਿਉਣ ਦੀ ਆਸ ਰੱਖਦਾ ਹੈ ਤੇ ਜਿਉਣ ਦੀ ਆਸ ਰੱਖਦੇ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਠੀਕ ਹੈ, ਤੇ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਹੈ। ਆਪਣੇ ਜੀਵਨ ਦੇ ਵਿੱਚ ਆਪਣਾ ਵਧੀਆ ਜੀਵਨ ਬਸਰ ਕਰਨ ਦੇ ਲਈ, ਬਤੀਤ ਕਰਨ ਦੇ ਲਈ ਤਰ੍ਹਾਂ ਦੇ ਉਹ ਜਾਲ ਵਿਛਾਉਂਦਾ ਹੈ। ਪਰ ਜਿਉਣ ਦੇ ਲਈ ਉਹ ਬੰਦਾ, ਜਿਉਣਾ ਉਸ ਬੰਦੇ ਦਾ ਹੀ ਸਫਲ ਹੈ ਜਿਹੜਾ ਕੀ ਹੈ ਤੂਫਾਨਾਂ ਨੂੰ ਰੋਕ ਸਕੇ, ਭਾਵ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰ ਸਕੇ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਸ਼ੇਰਾਂ ਦੀ ਛਾਤੀ ਤੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਹੈ, ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਹੈ, ਨਵੀਂ ਦੇਸ਼ ਤੇ ਰੰਗਣ ਚਾੜੀ ਪੂਜੋ ਉਹਨਾਂ ਭਗਵਾਨਾਂ ਨੂੰ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਕਵੀ ਕਹਿੰਦਾ ਹੈ ਕਿ ਸ਼ੇਰਾਂ ਦੀ ਛਾਤੀ ਉੱਤੇ ਬੈਠ ਕੇ ਜਿਨ੍ਹਾਂ ਨੇ ਖੁਦ ਮੌਤ ਨੂੰ ਲਲਕਾਰਿਆ ਹੈ, ਖੁਦ ਮੌਤ ਨੂੰ ਬੰਗਾਰਿਆ, ਭਾਵ ਹੱਸ ਕੇ ਮੌਤ ਨੂੰ ਕਬੂਲ ਕੀਤਾ ਹੈ, ਦੇਸ਼ ਦੀ ਖਾਤਰ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਨੇ, ਤੇ ਨਦੀਆਂ ਦੇ ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀਆਂ। ਉਹਨਾਂ ਨੇ ਖੂਨ ਦੀਆਂ ਨਦੀਆਂ ਦੇ ਵਿੱਚ ਨਦੀਆਂ ਬਹਾ ਕੇ ਆਪਣੇ ਸਰੀਰਾਂ ਨੂੰ ਖੂਨ ਦੇ ਨਾਲ ਉਹਨਾਂ ਨੇ ਰੰਗ ਲਿਆ। ਨਵੀਂ ਦੇਸ਼ ਤੇ ਰੰਗਣ ਚਾੜੀ ਪੂਜੋ ਉਹਨਾਂ ਭਗਵਾਨਾਂ ਨੂੰ। ਇਹਨਾਂ ਸੂਰਵੀਰਾਂ ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵਾਂ ਰੰਗ ਦਿੱਤਾ ਹੈ। ਠੀਕ ਹੈ, ਕਵੀ ਕਹਿੰਦਾ ਕਿ ਉਹ ਦੁਨੀਆ ਦੇ ਲੋਕੋ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਦੀ ਖਾਤਰ ਆਪਣੀਆਂ ਪਿਆਰੀਆਂ ਜਾਨਾਂ ਹੱਸ ਕੇ ਕੁਰਬਾਨ ਕਰ ਦਿੱਤੀਆਂ ਹਨ। ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਏ, ਆਪਣੇ ਦੇਸ਼ ਕੌਮ ਦੇ ਖਾਤਰ ਜੀਵਨ ਅਰਪਣ ਕਰਦਾ ਏ। ਨੂਰਪੁਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਕਵੀ ਕਹਿੰਦਾ ਕਿ ਉਸ ਮਰਦ ਦਾ ਜਿਉਣਾ ਹੀ ਅਸਲੀ ਜਿਉਣਾ ਹੁੰਦਾ ਹੈ ਜਿਹੜਾ ਕਿਸੇ ਦੀ ਖਾਤਰ ਆਪਣੀ ਜ਼ਿੰਦਗੀ ਲੇਖੇ ਲਗਾਉਂਦਾ ਹੈ, ਭਾਵ ਜਿਹੜਾ ਆਪਣੇ ਦੇਸ਼ ਕੌਮ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ। ਕਵੀ ਕਹਿੰਦਾ ਕਿ ਸਾਨੂੰ ਹੋਰ ਦੁਨੀਆਦਾਰੀ ਦੇ ਝਮੇਲੇ ਬੰਦ ਕਰਕੇ ਇਹਨਾਂ ਦੇ ਦੇਸ਼ ਦੀ ਖਾਤਰ ਕੀ ਹੈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਪੂਜਾ ਕਰਨੀ ਚਾਹੀਦੀ ਹੈ। ਨੈਕਸਟ ਕਵਿਤਾ ਬੇਟਾ ਉਹਨਾਂ ਦੀ ਹੈਗੀ ਹੈ ਰਾਵੀ ਤੇ ਚਨਾ। ਮੇਰੇ ਸਹੁਰਿਆਂ ਨੇ ਜਿੱਦ ਕੇ ਨਾ ਰੱਖਿਆ, ਕਿੰਨੇ ਰਾਵੀ ਰੱਖਿਆ ਤੇ ਕਿੰਨੇ ਚਨਾ ਰੱਖਿਆ। ਕਵੀ ਕਹਿੰਦਾ ਕਿ ਪੰਜਾਬਣ ਮੁਟਿਆਰ ਜਦੋਂ ਸਹੁਰਿਆਂ ਦੇ ਘਰ ਵਿਆਹੀ ਆਈ ਹੁੰਦੀ ਹੈ ਤਾਂ ਸਹੁਰੇ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਖੁਸ਼ੀ ਦੇ ਨਾਲ ਜਿੱਦ ਕੇ ਇੱਕ ਦੂਜੇ ਤੋਂ ਵੱਧ ਕੇ ਆਪਣੀ ਨਵ ਵਿਆਹੀ ਨੂੰਹ ਹੁੰਦੀ ਹੈ, ਜਿਹੜੀ ਮੁਟਿਆਰ ਹੁੰਦੀ ਹੈ ਉਹਦਾ ਕੀ ਹੈ ਅਲੱਗ-ਅਲੱਗ ਨਾਮ ਰੱਖਦੇ ਨੇ। ਕੋਈ ਰਾਵੀ ਰੱਖਦਾ ਨਾਮ ਉਹਦਾ, ਕੋਈ ਚਨਾ ਰੱਖਦਾ ਹੈ। ਜਾਂ ਮੈਂ ਫੁੱਲਾਂ ਭਰੇ ਘੁੰਡ ਸਰਕਾਏ ਨੇ, ਝਟ ਵੇਲਾ ਨਾਲ ਭਰ ਗਏ ਨਸੀਬ ਸੱਸ ਦੇ। ਸਾਡੀ ਧੁੱਪ ਨੂੰ ਬਣਾਈ ਛਾਂ ਲੋਕਾਂ ਛਾਂ ਰੱਖਿਆ, ਮੇਰੇ ਸਹੁਰਿਆਂ ਨੇ ਜਿੱਦ ਕੇ ਨਾ ਰੱਖਿਆ। ਕਵੀ ਇਸ ਦੇ ਵਿੱਚ ਕਹਿੰਦਾ ਹੈ ਕਿ ਕਿਸੇ ਨੇ ਰਾਵੀ ਰੱਖਿਆ ਉਹਦਾ ਨਾਮ, ਕਿਸੇ ਨੇ ਚਨਾ ਰੱਖਿਆ। ਜਿਹੜੀ ਨਵ ਵਿਆਹੀ ਮੁਟਿਆਰ ਹੁੰਦੀ ਹੈ ਉਹਨੇ ਜਦੋਂ ਉਸਨੇ ਫੁੱਲਾਂ ਨਾਲ ਭਰਿਆ ਹੋਇਆ ਆਪਣਾ ਘੁੰਡ ਉੱਪਰ, ਆਪਣੇ ਮੁਖ ਤੋਂ ਘੁੰਡ ਉੱਪਰ ਚੁੱਕਦੀ ਹੈ ਤਾਂ ਉਸ ਵੇਲੇ ਜਿਹੜੀ ਸੱਸ ਹੈ ਉਹਦੀ ਕੀ ਹੈ ਹੱਸ ਕੇ ਉਹਦੇ ਤੋਂ ਕੀ ਹੈ ਆਪਣਾ ਸੋਹਣਾ ਰੂਪ ਵਿਖਾਉਂਦੀ ਹੈ, ਤਾਂ ਸਾਰੇ ਉਹਦੀ ਸੱਸ ਦੇ ਨਸੀਬ ਨੇ ਜਿਹੜੇ ਉਹ ਕੀ ਨੇ ਖੁਸ਼ੀਆਂ ਦੇ ਨਾਲ ਭਰ ਜਾਂਦੇ ਨੇ। ਸਾਡੀ ਧੁੱਪ ਨੂੰ ਬਣਾਈ ਲੋਕਾਂ ਛਾਂ ਰੱਖਿਆ, ਵੀ ਸਾਰੇ ਲੋਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ। ਉੱਥੇ ਸੌਣ ਦੇ ਮਹੀਨੇ ਵਿੱਚ ਤੀਆਂ ਲੱਗੀਆਂ, ਸਾਡੇ ਕੋਲ ਕੋਈ ਨਾ ਠੱਗ, ਫਿਰ ਹੋਈਆਂ ਠੱਗੀਆਂ, ਫਿਰ ਠੱਗੀਆਂ ਦੇ ਮੇਰੇ ਤੇ ਨਿਆਂ ਰੱਖਿਆ, ਮੇਰੇ ਸਹੁਰਿਆਂ ਨੇ ਜਿੱਦ ਕੇ ਨਾ ਰੱਖਿਆ। ਕਵੀ ਕਹਿੰਦਾ ਕਿ ਨਵ ਵਿਆਹੀ ਜਿਹੜੀ ਮੁਟਿਆਰ ਹੈ ਉਹ ਕੀ ਹੈ ਪਿੰਡ ਦੇ ਮੁਟਿਆਰ, ਜਿਹੜੀ ਮੁਟਿਆਰ ਦੇ ਸਹੁਰਿਆਂ ਦੇ ਪਿੰਡ ਸੌਣ ਦੇ ਮਹੀਨੇ ਵਿੱਚ ਤੀਆਂ ਦਾ ਮੇਲਾ ਲੱਗਿਆ ਹੁੰਦਾ ਹੈ, ਤੀਆਂ ਲੱਗਦੀਆਂ ਨੇ। ਮੁਟਿਆਰਾਂ ਦੇ ਝੁੰਡ ਵਿੱਚ ਕੋਈ ਵੀ ਧੋਖਾ ਜਾਂ ਠੱਗੀ ਕਰਨ ਵਾਲੀ ਨਹੀਂ ਸੀ, ਪਰ ਫਿਰ ਵੀ ਸਾਡੇ ਨਾਲ ਕਿਸੇ ਨੇ ਠੱਗੀਆਂ ਕੀਤੀਆਂ। ਪਰ ਇਹਨਾਂ ਸਾਰੀਆਂ ਠੱਗੀਆਂ ਦਾ ਨਿਆਂ ਕਰਨ ਲਈ ਮੈਨੂੰ ਕਿਹਾ ਗਿਆ, ਭਾਵ ਸਾਰੀਆਂ ਠੱਗੀਆਂ ਦਾ ਫੈਸਲਾ ਕਰਨ ਲਈ ਮੈਨੂੰ ਹੀ ਕਿਹਾ ਗਿਆ। ਮੇਰੇ ਸਹੁਰਿਆਂ ਨੇ ਜਿੱਦ ਕੇ ਵੱਖਰੇ ਨਾਂ ਰੱਖੇ ਗਏ। ਮੈਨੂੰ ਮੱਲੋ ਮੱਲੀ ਗਿੱਧੇ 'ਚ ਨਚਾਉਣ ਵਾਲੀਆਂ, ਸਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਣ ਵਾਲੀਆਂ। ਸਾਰਾ ਹੱਥਾਂ ਤੇ ਨਚਾਈ ਮੈਂ ਗਿਰਾ ਰੱਖਿਆ, ਗਿਰਾ ਹੁੰਦਾ ਪਿੰਡ ਰੱਖਿਆ, ਮੇਰੇ ਸਹੁਰਿਆਂ ਨੇ ਜਿੱਦ ਕੇ ਮੇਰਾ ਨਾਂ ਰੱਖਿਆ। ਕਹਿੰਦੇ ਮੈਨੂੰ ਪਿੰਡ ਦੀਆਂ ਜਿਹੜੀਆਂ, ਕਵੀ ਕਹਿੰਦਾ ਹੈ ਕਿ ਨਵ ਵਿਆਹੀ ਮੁਟਿਆਰ ਦੇ ਜਿਹੜੇ ਚਾਅ ਨੇ ਉਹ ਸਾਰੇ ਵਰਣਨ ਕੀਤੇ ਗਏ ਨੇ। ਇਸ ਦੇ ਵਿੱਚ ਹੁਸਨਾ ਦੇ ਨਾਲ ਲੱਦੀ ਹੋਈ ਜਿਹੜੀ ਮੁਟਿਆਰ ਹੈ ਉਹਨੂੰ ਕੀ ਹੈ ਸੌਣ ਦੇ ਮਹੀਨੇ ਵਿੱਚ ਤੀਆਂ ਦੇ ਵਿੱਚ ਮੁਟਿਆਰਾਂ ਨੇ ਜਿਹੜੀ ਜ਼ਬਰਦਸਤੀ ਪਿੰਡ ਦੇ ਵਿੱਚ ਨਚਾਉਂਦੀਆਂ ਨੇ ਤੇ ਉਸ ਦੇ ਨਾਲ ਹੀ ਨੱਚਦੀਆਂ ਬਾਕੀ ਨੇ ਗਿੱਧਾ ਪਾਉਣ ਵਾਲੀਆਂ ਮੁਟਿਆਰਾਂ ਵੀ ਬੇਹੋਸ਼ ਹੋ ਜਾਂਦੀਆਂ ਨੇ। ਤੇ ਸਾਰਾ ਹੱਥਾਂ ਤੇ ਨਚਾਈ ਰੱਖਿਆ ਮੈਂ ਗਿਰਾ ਰੱਖਿਆ, ਤੇ ਸਾਰੇ ਲੋਕਾਂ ਨੂੰ ਮੈਂ ਆਪਣੇ ਹੱਥਾਂ ਤੇ ਸਾਰੇ ਪਿੰਡ ਨੂੰ ਉੱਥੇ ਨਚਾ ਦਿੱਤਾ, ਭਾਵ
ਜਿਸ ਤਰ੍ਹਾਂ ਉਹ ਕਹਿੰਦੀ ਹੈ ਕਿ ਪਿੰਡ ਵਾਲੇ ਉਸੇ ਤਰ੍ਹਾਂ ਹੀ ਕਰਦੇ ਹਨ ਕਿ ਮੇਰੇ ਸਹੁਰਿਆਂ ਨੇ ਮੈਨੂੰ ਪਿਆਰ ਦੇ ਨਾਲ ਮੇਰਾ ਕੀ ਹੈ ਅਲੱਗ-ਅਲੱਗ ਨਾਂ ਰੱਖੇ ਹੋਏ ਨੇ। ਮੈਨੂੰ ਝਾਂਜਰਾਂ ਕਢਾ ਦੇ ਉਹਨਾਂ ਹੋਰ ਦਿੱਤੀਆਂ ਨੀ ਉਹ ਮਿੱਥ ਗਿੱਧਿਆਂ ਦੇ ਪਿੜ ਜਿੱਤੀਆਂ, ਮੇਰਾ ਰੂਪ ਵਡਿਆਈ ਹਰ ਥਾਂ ਰੱਖਿਆ, ਮੇਰੇ ਸਹੁਰਿਆਂ ਨੇ ਜਿੱਦ ਮੇਰਾ ਨਾਂ ਰੱਖਿਆ। ਕਵੀ ਕਹਿੰਦਾ ਕਿ ਪੰਜਾਬਣ ਮੁਟਿਆਰ ਕਹਿੰਦੀ ਹੈ ਕਿ ਉਸਦੇ ਸਹੁਰਿਆਂ ਨੇ ਉਸ ਨੂੰ ਹੋਰ ਝਾਂਜਰਾਂ ਕਢਾ ਕੇ ਦਿੱਤੀਆਂ, ਮਤਲਬ ਹੋਰ ਝਾਂਜਰਾਂ ਉਹਨੂੰ ਬਣਵਾ ਕੇ ਦਿੱਤੀਆਂ। ਜਦੋਂ ਉਹ ਝਾਂਜਰਾਂ ਪਾ ਕੇ ਗਿੱਧੇ ਵਿੱਚ ਵੜੀ ਹੈ ਤਾਂ ਉਸਨੇ ਫਿਰ ਕਮਾਲ ਕਰਕੇ ਦਿਖਾਇਆ ਤੇ ਗਿੱਧਿਆਂ ਦੇ ਜਿਹੜੇ ਪਿੜਾਂ ਨੂੰ ਉਹਨੇ ਜਿੱਤ ਲਿਆ। ਮੇਰਾ ਰੂਪ ਵਡਿਆਈ ਹਰ ਥਾਂ ਰੱਖਿਆ। ਉਸਦੀ ਵਡਿਆਈ ਦੇ ਉਸਦੇ ਰੂਪ ਦੇ ਚਰਚੇ ਹਰ ਜਗ੍ਹਾ ਤੇ ਹੋਣ ਲੱਗ ਪਏ। ਉਹ ਕਹਿੰਦੀ ਹੈ ਕਿ ਉਸਦੇ ਸਹੁਰਿਆਂ ਨੇ ਜਿੱਤ ਕੇ ਉਸਦੇ ਅਲੱਗ-ਅਲੱਗ ਨਾਂ ਰੱਖੇ ਹੋਏ ਨੇ। ਮੇਰੇ ਨੂਰਪੁਰੀ ਭਾਗਾਂ ਦੇ ਹਿਸਾਬ ਦੱਸਦਾ, ਮੇਰੀ ਆਰਸੀ ਦੇ ਸ਼ੀਸ਼ੇ 'ਚ ਪੰਜਾਬ ਵਸਦਾ। ਆਰਸੀ ਬੇਟਾ ਔਰਤ ਦੇ ਅੰਗੂਠੇ ਦੇ ਵਿੱਚ ਪਾਉਣ ਵਾਲਾ ਇੱਕ ਗਹਿਣਾ ਹੁੰਦਾ ਹੈ, ਠੀਕ ਹੈ। ਉਹਨੇ ਨਵੇਂ ਗੀਤ ਦੇਣ ਦਾ ਹਿਆ ਰੱਖਿਆ, ਮੇਰੇ ਸਹੁਰਿਆਂ ਨੇ ਜਿੱਤ ਕੇ ਮੇਰਾ ਨਾਂ ਰੱਖਿਆ। ਕਵੀ ਕਹਿੰਦਾ ਕਿ ਪੰਜਾਬਣ ਮੁਟਿਆਰ ਕਹਿੰਦੀ ਹੈ ਕਿ ਕਵੀ ਉਸਦੀ ਕਿਸਮਤ ਦਾ ਹਿਸਾਬ ਦੱਸਦਾ ਹੈ ਕਿ ਉਹ ਉਸਦੇ ਜਿਹੜੇ ਹੱਥ ਦੇ ਅੰਗੂਠੇ ਦੇ ਵਿੱਚ ਪਾਉਣ ਵਾਲਾ ਇੱਕ ਆਰਸੀ ਹੁੰਦਾ, ਗਹਿਣਾ ਹੁੰਦਾ ਹੈ। ਸ਼ੀਸ਼ੇ ਵਿੱਚ ਉਹਨੇ ਸਾਰਾ ਪੰਜਾਬ ਉਹਦਾ ਵਸਦਾ ਹੈ। ਕਵੀ ਦੇ ਜਿਹੜੇ ਨਵੇਂ ਗੀਤ ਲਿਖਦਾ ਹੈ, ਉਹ ਨਵੇਂ ਗੀਤ ਲਿਖਣ ਦੇ ਜਿਹੜੇ ਹੌਸਲਾ ਰੱਖਦਾ ਹੈ, ਜਿਸ ਕਰਕੇ ਉਹ ਨਵੇਂ ਗੀਤ ਲਿਖੀ ਜਾ ਰਿਹਾ ਹੈ। ਤੇ ਮੁਟਿਆਰ ਕਹਿੰਦੀ ਹੈ ਕਿ ਉਸਦੇ ਸਹੁਰਿਆਂ ਨੇ ਜਿੱਤ ਕੇ ਉਸਦੇ ਅਲੱਗ-ਅਲੱਗ ਨਾਂ ਰੱਖੇ ਹੋਏ ਨੇ। ਇਹ ਸੀ ਬੇਟਾ ਨੰਦ ਲਾਲ ਨੂਰਪੁਰੀ ਦੀਆਂ ਕਵਿਤਾਵਾਂ। ਇਹ ਤੁਸੀਂ ਨੇ ਧਿਆਨ ਨਾਲ ਸੁਣਨੀਆਂ ਨੇ, ਸਮਝੀਆਂ ਨੇ ਤੇ ਯਾਦ ਕਰਨੀਆਂ ਨੇ। ਜੇਕਰ ਤੁਹਾਨੂੰ ਇਹ ਕਵਿਤਾ ਬਾਰੇ ਪਤਾ ਹੋਏਗਾ ਤਾਂ ਹੀ ਤੁਸੀਂ ਕੁਐਸਚਨ ਆਨਸਰ, ਕੇਂਦਰੀ ਭਾਵ ਤੇ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰ ਸਕਦੇ ਹੋ।